ਅਸੀਂ ਸਭ ਨੇ ਇਹ ਕਹਾਵਤ ਸਦਾ ਹੀ ਸੁਣੀ ਹੋਈ ਆ ਕਿ ਕੁੱਤੇ ਦੀ ਪੂੰਛ ਆ ਜਿਹੜੀ ਕਦੇ ਸਿੱਧੀ ਨਹੀਂ ਹੁੰਦੀ। ਅਤੇ ਅਸੀਂ ਵਾਰਿਸ ਸ਼ਾਹ ਦੀ ਲਾਈਨ ਤੋਂ ਵੀ ਸਾਰੇ ਹੀ ਵਾਕਫ ਹਾਂ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ। ਇਸੇ ਤਰ੍ਹਾਂ ਦੀ ਹੀ ਇੱਕ ਆਦਤ ਮੇਰੀ ਵੀ ਆ। ਇੱਕ ਨਹੀਂ, ਅੱਜ ਇੱਕ ਆਦਤ ਦੀ ਗੱਲ ਕਰੂੰਗੀ। ਆਦਤ ਕੀ ਆ? ਅਸੀਂ ਆਪਣੇ ਸੁਭਾਅ ਨੂੰ ਜਿਸ ਤਰੀਕੇ ਦੇ ਨਾਲ ਰੈਪਰਜੈਂਟ ਕਰਦੇ ਹਾਂ, ਉਹ ਆਦਤ ਆ। ਸੁਭਾਅ ਕੀ ਸੁਭਾਅ ਬਦਲਦਾ ਵਾ? ਜਿਹੜਾ ਸਾਡਾ ਆਰਟੀਫਿਸ਼ਲ ਸੁਭਾਅ ਆ ਦਿਖਾਵੇ ਦਾ, ਉਹ ਤਾਂ ਬਦਲੂਗਾ ਹੀ, ਪਰ ਜਿਸ ਨੇਚਰ ਦੇ ਨਾਲ, ਜਿਸ ਸੁਭਾਅ ਦੇ ਨਾਲ ਅਸੀਂ ਪੈਦਾ ਹੋਏ ਹਾਂ, ਉਹ ਕਦੇ ਨਹੀਂ ਬਦਲਦੀ। ਭਾਵੇਂ ਅਸੀਂ ਜ਼ਮੀਨ 'ਤੇ ਚੱਲਦੇ ਹੋਈਏ, ਭਾਵੇਂ ਅਸੀਂ ਆਸਮਾਨ ਦੇ ਵਿੱਚ ਉੱਡਦੇ ਹੋਈਏ, ਉਹ ਕਦੇ ਨਹੀਂ ਬਦਲਦੀ। ਮੇਰੀ ਆਦਤ ਜਿਸ ਤਰ੍ਹਾਂ ਕਿ ਕੋਈ ਵੀ ਇਨਸਾਨ ਮਿਲੇ, ਕੋਈ ਪਰਿੰਦਾ, ਜਾਨਵਰ, ਕੁਛ ਵੀ ਹੋਵੇ, ਰੰਗ ਰੂਪ ਆਕਾਰ, ਕੋਈ ਪੰਛੀ ਹੋਵੇ, ਕੋਈ ਇਨਸਾਨ ਹੋਵੇ, ਕਿਸੇ ਦਾ ਰੰਗ ਰੂਪ ਹੋਵੇ, ਕਿਸੇ ਦੇ ਹਾਲਾਤ ਹੋਣ, ਕਿਸੇ ਦਾ ਕੋਈ ਸੁਭਾਅ ਹੋਵੇ, ਕਿਸੇ ਦੀ ਸੋਚ ਸੋਹਣੀ ਹੋਵੇ, ਕਿਸੇ ਦੀ ਫੀਲਿੰਗ ਸੋਹਣੀ ਹੋਵੇ, ਕਿਸੇ ਦੀ ਭਾਵਨਾ ਨੂੰ ਦੇਖਣਾ, ਕਿਸੇ ਦੇ ਤਜਰਬੇ ਨੂੰ ਦੇਖਣਾ, ਕਿਸੇ ਦੇ ਐਕਸਪੀਰੀਅੰਸ ਦਾ ਅਹਿਸਾਸ ਲੈਣਾ, ਕਿਸੇ ਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ, ਕਿਸੇ ਦੇ ਮਨ ਦੇ ਹਾਲਾਤ ਕਿਹੋ ਜਿਹੇ ਆ, ਕਿਸੇ ਦੀ ਦਸ਼ਾ ਕਿਹੋ ਜਿਹੀ ਆ, ਕਿਹੜੀ ਦਿਸ਼ਾ ਨੂੰ ਜਾਂਦਾ। ਜੇ ਕਿਸੇ ਵੀ ਚੀਜ਼ ਦੇ ਨਾਲ, ਦੁਨੀਆਦਾਰੀ ਦੀ ਕਿਸੇ ਵੀ ਚੀਜ਼ ਦੇ ਨਾਲ ਜਦੋਂ ਮੇਰਾ ਕਦੇ ਵੀ ਆਮਣਾ ਸਾਹਮਣਾ ਹੁੰਦਾ, ਰੂਬਰੂ ਹੁੰਦੀ ਹਾਂ ਉਸ ਚੀਜ਼ ਦੇ, ਇਨਕਾਊਂਟਰ ਹੁੰਦਾ ਉਸ ਚੀਜ਼ ਦੇ ਨਾਲ, ਤਾਂ ਮੈਂ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਖੜੀ ਕਰਨਾ ਹੀ ਕਰਨਾ। ਅਤੇ ਜਾਂ ਇਸ ਤਰ੍ਹਾਂ ਕਹੋ ਕਿ ਮੈਂ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਲੈ ਆਉਣਾ, ਆਪਦੇ ਵਿੱਚ ਲੈ ਜਾਣਾ ਉਸ ਚੀਜ਼ ਨੂੰ। ਜਾਂ ਇਸ ਤਰ੍ਹਾਂ ਕਹੋ ਕਿ ਮੈਂ ਉਹਨਾਂ ਦੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਖੜੀ ਕਰ ਲੈਣਾ। ਕਿਉਂਕਿ ਘਟਨਾ ਇੱਕ ਹੁੰਦੀ ਆ, ਇੱਕ ਘਟਨਾ ਦੇ ਨਾਲ ਅਸੀਂ ਕਿਵੇਂ ਵਰਤਾ ਕਰਦੇ ਹਾਂ, ਇਹ ਸਾਡਾ ਸਾਰਿਆਂ ਦਾ ਆਪਣਾ ਆਪਣਾ ਆਪਣੇ ਆਪ ਦੇ ਉੱਤੇ ਡਿਪੈਂਡ ਹੁੰਦਾ। ਸਾਡੀ ਸੋਚ ਕਿਹੋ ਜਿਹੀ ਆ, ਸਾਡੀਆਂ ਆਦਤਾਂ ਕਿਹੋ ਜਿਹੀਆਂ ਨੇ, ਅਸੀਂ ਕਿਹੋ ਜਿਹੇ ਮਾਹੌਲ ਨੂੰ ਬਿਲੋਂਗ ਕਰਦੇ ਹਾਂ, ਮਾਹੌਲ ਦਾ ਬਹੁਤ ਫਰਕ ਪੈਂਦਾ ਵਾ। ਅਸੀਂ ਕਿਹੋ ਜਿਹੀ ਕੈਟਾਗਰੀ ਦੇ ਬੰਦੇ ਹਾਂ, ਸਾਡੇ ਗੁਣ ਕੀ ਨੇ, ਸਾਡੇ ਅਵਗੁਣ ਕੀ ਨੇ, ਅਸੀਂ ਕਿੱਥੋਂ ਆਏ ਹਾਂ, ਕਿਹੜੇ ਹਾਲਾਤਾਂ ਦੇ ਵਿੱਚੋਂ ਆਏ ਹਾਂ, ਸਾਡੀ ਦਿਸ਼ਾ ਕੀ ਆ, ਸਾਡੀ ਦਸ਼ਾ ਕੀ ਆ, ਹਰ ਚੀਜ਼ ਦਾ ਇਸ ਚੀਜ਼ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ, ਜਿਸ ਦੇ ਨਾਲ ਅਸੀਂ ਜੋ ਸਾਡੇ ਅੱਗੇ ਹੁੰਦਾ ਜਾਂ ਜੋ ਸਾਡੇ ਮੌਜੂਦਾ ਘਟਨਾ ਵਾਪਰ ਰਹੀ ਹੁੰਦੀ ਆ, ਉਸ ਦੇ ਨਾਲ ਅਸੀਂ ਆਮੋ ਸਾਹਮਣੇ ਹੁੰਦੇ ਹਾਂ, ਉਸ ਦੇ ਨਾਲ ਸਾਡਾ ਮੁਕਾਬਲਾ ਹੁੰਦਾ, ਜਾਂ ਅਸੀਂ ਉਸ ਨੂੰ ਆਪਣੀ ਸੋਚ ਦੇ ਮੁਤਾਬਕ ਕਿਵੇਂ ਸੋਚਦੇ ਹਾਂ। ਇਹ ਸਾਡਾ ਸਾਰਿਆਂ ਦਾ ਅਲੱਗ ਅਲੱਗ ਤਰੀਕਾ ਹੋਊਗਾ ਅਤੇ ਅਲੱਗ ਅਲੱਗ ਇਜ਼ਹਾਰ ਹੋਊਗਾ ਕਰਨ ਦਾ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਪ੍ਰੋਟੈਸਟ ਹੋ ਰਹੇ ਨੇ ਕਿ ਸਕਿਨ ਦੇ ਕਲਰ ਕਰਕੇ, ਇਹ ਸਾਡੇ ਨਾਲ ਫਰਕ ਕੀਤਾ, ਇਹਨਾਂ ਨੇ ਸਾਡੇ ਨਾਲ ਫਰਕ ਕੀਤਾ। ਇਹ ਜੋ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਦੁਨੀਆ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ, ਮੇਰੇ ਅੰਦਰ ਇਹ ਗੱਲ ਘੁੰਮ ਰਹੀ ਆ ਕਿ ਮੱਲਾ ਜੀ ਤੁਹਾਨੂੰ ਤੁਸੀਂ ਦੱਸੋ, ਤੁਸੀਂ ਪ੍ਰੋਟੈਸਟ ਕਰਨਾ ਹੋਵੇ ਤਾਂ ਤੁਸੀਂ ਕਿੱਥੋਂ ਤੋਂ ਸ਼ੁਰੂ ਕਰੋਗੇ? ਮੇਰੇ ਅੱਗੇ ਕੋਈ ਘਟਨਾ ਘਟਦੀ ਆ, ਮੈਂ ਉਸ ਨੂੰ ਦੇਖੂੰਗੀ, ਮੇਰੇ 'ਚ ਇਤਰਾਜ਼ ਪੈਦਾ ਹੋ ਗਿਆ ਕਿ ਇਹ ਘਟਨਾ ਵਾਪਰੀ ਕਿਉਂ, ਮਾੜੀ ਕੋਈ ਘਟਨਾ ਵਾਪਰੀ। ਜੇ ਮੇਰੇ ਵਿੱਚ ਇਹ ਇਤਰਾਜ਼ ਪੈਦਾ ਹੋਇਆ, ਮੇਰੇ ਵਿੱਚ ਇਤਰਾਜ਼ ਇਸ ਲਈ ਪੈਦਾ ਹੋਇਆ ਕਿਉਂਕਿ ਅਜਿਹੀ ਹੀ ਘਟਨਾ ਮੇਰੇ ਨਾਲ ਖੁਦ ਦੇ ਨਾਲ ਹੋ ਚੁੱਕੀ ਆ। ਜੇ ਮੇਰੇ ਨਾਲ ਖੁਦ ਨਾਲ ਅਜਿਹੀ ਘਟਨਾ ਨਾ ਵਾਪਰੀ ਹੋਵੇ, ਮੈਂ ਇਸ ਘਟਨਾ ਤੋਂ ਅਣਜਾਣ ਹਾਂ, ਮੇਰਾ ਇਸ ਘਟਨਾ ਦੇ ਪ੍ਰਤੀ ਨਾ ਹੀ ਰੋਸ ਹੋਊਗਾ ਕੋਈ, ਨਾ ਹੀ ਇਸ ਘਟਨਾ ਦੇ ਪ੍ਰਤੀ ਕੋਈ ਮੇਰਾ ਲਗਾਵ ਹੋਊਗਾ। ਅਸੀਂ ਜ਼ਿੰਦਗੀ ਦੇ ਵਿੱਚ ਅਜਿਹੀਆਂ ਥਾਵਾਂ 'ਤੇ ਉਸ ਵਕਤ ਹੀ ਖੜ੍ਹਦੇ ਹਾਂ ਜਦ ਅਸੀਂ ਅਜਿਹੇ ਵਕਤਾਂ ਦੇ ਵਿੱਚ ਦੀ ਗੁਜ਼ਰੇ ਹੁੰਦੇ ਹਾਂ। ਹੁਣ ਮੈਂ ਦੇਖੂੰਗੀ ਕਿ ਮੇਰੇ ਵਿੱਚ ਕੋਈ ਅਜਿਹੀ ਘਟਨਾ ਹੈਗੀ ਜਿਸ ਦੇ ਪ੍ਰਤੀ ਇਤਰਾਜ਼ ਮੈਂ ਅੱਜ ਖੜ੍ਹੀ ਹੋ ਕੇ ਕਰਾਂ। ਫਿਰ ਮੈਨੂੰ ਚੇਤੇ ਆਇਆ ਬਚਪਨ ਦੇ ਵਿੱਚ ਜਦੋਂ ਅਸੀਂ ਨਾਨਕੇ ਘਰੇ ਜਾਂਦੇ ਸੀ
ਤਾਂ ਅਸੀਂ ਜਦੋਂ ਟਿਊਬਵੈੱਲ 'ਤੇ ਗਏ ਇੱਕ ਵਾਰੀ, ਅਸੀਂ ਆਪਦੇ ਨਾਨੇ ਨੂੰ ਕਹਿੰਦੇ ਹਾਂ, ਮੈਂ ਅਤੇ ਮੇਰੇ ਭਰਾ ਸੀ, ਅਸੀਂ ਆਪਦੇ ਨਾਨੇ ਨੂੰ ਕਹਿੰਦੇ ਹਾਂ ਕਿ ਅਸੀਂ ਟਿਊਬਵੈੱਲ ਦੇ ਵਿੱਚ ਨਹਾਉਣਾ। ਮੇਰੇ ਨਾਨੇ ਨੇ ਮੇਰੇ ਭਰਾਵਾਂ ਨੂੰ ਕਹਿੰਦਾ ਤੁਸੀਂ ਨਹਾ ਲਓ। ਜਦੋਂ ਮੈਂ ਕਿਹਾ, ਮੇਰੇ ਨਾਨੇ ਨੇ ਮੈਨੂੰ ਅੱਜ ਵੀ ਚੇਤੇ ਆ ਕਿ ਕਿਵੇਂ ਉਂਗਲੀ ਨਾਲ ਸੈਨਤ ਕਰਕੇ ਕਿਹਾ ਕਿ ਤੂੰ ਨਹੀਂ ਨਹਾ ਸਕਦੀ। ਮੈਂ ਉੱਥੇ ਖੜੀ ਖੜੀ ਸੋਚਦੀ ਹਾਂ, ਮੇਰੇ ਨਾਲ ਐਡਾ ਵੱਡਾ ਫਰਕ, ਅਤੇ ਮੈਂ ਇਸ ਫਰਕ ਨੂੰ ਕਿਵੇਂ ਬਰਦਾਸ਼ਤ ਕਰ ਲੂੰਗੀ। ਬਈ ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਕੀ ਕੀਤਾ, ਨਾਨੇ ਨੇ ਜਦੋਂ ਦੂਸਰੀ ਤਰਫ ਮੂੰਹ ਕੀਤਾ, ਮੈਂ ਡੁਬਕੀ ਮਾਰ ਦਿੱਤੀ ਟਿਊਬਵੈੱਲ ਦੇ ਵਿੱਚ। ਹੁਣ ਮੇਰੇ ਭਰਾਵਾਂ ਨੇ ਵੀ ਡੁਬਕੀ ਮਾਰੀ ਆ। ਉਹ ਡੁਬਕੀ ਮਾਰ ਕੇ ਗਿੱਲੇ ਕੱਪੜਿਆਂ ਦੇ ਨਾਲ ਬਾਹਰ ਨਿਕਲੇ ਹੋਏ ਨੇ। ਉਹਨਾਂ ਨੂੰ ਕੁਝ ਨਹੀਂ ਗਾ, ਉਹਨਾਂ ਨੂੰ ਕੋਈ ਫਰਕ ਨਹੀਂ ਗਾ, ਕੁਛ ਵੀ ਨਹੀਂ ਗਾ। ਅਤੇ ਜਦੋਂ ਮੈਂ ਡੁਬਕੀ ਮਾਰੀ, ਜਦੋਂ ਮੈਂ ਗਿੱਲੇ ਕੱਪੜਿਆਂ ਦੇ ਨਾਲ ਬਾਹਰ ਨਿਕਲਦੀ ਹਾਂ, ਪਹਿਲਾਂ ਤਾਂ ਮੇਰੀਆਂ ਬਾਹਾਂ ਨੇ ਹੀ ਮੈਨੂੰ ਜੱਫੀ ਪਾ ਲਈ। ਮੇਰੇ ਵਿੱਚ ਇੱਕ ਸ਼ਰਮ ਆ ਗਈ, ਮੇਰੇ ਵਿੱਚ ਇੱਕ ਹਿਆ ਆ ਗਿਆ। ਮੈਨੂੰ ਜਿਹੜੀ ਉਹ ਸ਼ਰਮ ਅਤੇ ਹਿਆ ਆਈ ਸੀ, ਉਸ ਦੇ ਵਿੱਚ ਇੱਕ ਸਮਝ ਸੀ। ਜਿਸ ਚੀਜ਼ ਦਾ ਮੈਂ ਵਿਰੋਧ ਕਰ ਰਹੀ ਹਾਂ ਕਿ ਮੇਰੇ ਭਰਾ ਡੁਬਕੀ ਲਾ ਸਕਦੇ ਆ, ਮੈਂ ਨਹੀਂ ਲਾ ਸਕਦੀ। ਕਿਉਂ ਨਹੀਂ ਲਾ ਸਕਦੀ? ਨਾਲੇ ਨਾਨੇ ਨੇ ਜੋ ਉਂਗਲ ਨਾਲ ਮੈਨੂੰ ਸੈਨਤ ਮਾਰੀ ਸੀ, ਨਾਲੇ ਜਿਹੜੀਆਂ ਉਹਦੀਆਂ ਅੱਖਾਂ ਦੇ ਵਿੱਚ ਘੂਰ ਸੀ ਨਾਨੇ ਦੀਆਂ 'ਚ ਕਿ ਤੂੰ ਨਹੀਂ ਕਰ ਸਕਦੀ, ਨਾਲੇ ਤਾਂ ਮੈਨੂੰ ਉਹ ਘੂਰ ਚੇਤੇ ਆ ਗਈ, ਨਾਲੇ ਨਾਨੇ ਦੀ ਉਂਗਲੀ ਚੇਤੇ ਆ ਗਈ, ਨਾਲੇ ਆਪਣੇ ਆਪ ਦੇ ਵਿੱਚ ਸ਼ਰਮਿੰਦਗੀ, ਨਾਲੇ ਆਪਣੇ ਆਪ ਦੇ ਵਿੱਚ ਸ਼ਰਮ। ਸ਼ਰਮਿੰਦਗੀ ਅਤੇ ਸ਼ਰਮ ਦੋਨੇ। ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਜਿਹੜੀ ਸਭ ਤੋਂ ਸੋਹਣੀ ਚੀਜ਼ ਵਾਪਰੀ, ਜੇ ਮੈਂ ਇਹ ਰਿਸਕ ਲਿਆ, ਜੇ ਮੇਰੇ 'ਚ ਇਹ ਵਿਰੋਧਤਾ ਆਈ, ਤਾਂ ਮੈਂ ਹੀਰਾ ਕੱਢ ਕੇ ਲੈ ਕੇ ਆਈ। ਮੇਰਾ ਹੀਰਾ ਕੀ ਨਿਕਲਿਆ ਸੀ? ਮੇਰੇ 'ਚ ਇੱਕ ਅੰਡਰਸਟੈਂਡਿੰਗ, ਇੱਕ ਸਮਝ ਪੈਦਾ ਹੋ ਗਈ। ਫਰਕ ਹੁੰਦਾ ਵਾ, ਇਸ ਲਈ ਹੀ ਫਰਕ ਕੀਤਾ ਜਾਂਦਾ। ਫਰਕ ਹੁੰਦੇ ਆ, ਕੁੜੀ ਅਤੇ ਮੁੰਡੇ ਦੇ ਵਿੱਚ ਫਰਕ ਹੁੰਦਾ, ਦਿਨ ਅਤੇ ਰਾਤ ਵਿੱਚ ਫਰਕ ਹੁੰਦਾ, ਕਾਲੇ ਅਤੇ ਚਿੱਟੇ ਦੇ ਵਿੱਚ ਫਰਕ ਹੁੰਦਾ, ਊਚ ਅਤੇ ਨੀਚ ਵਿੱਚ ਫਰਕ ਹੁੰਦਾ, ਜ਼ਮੀਨ ਅਤੇ ਆਸਮਾਨ ਦੇ ਵਿੱਚ ਫਰਕ ਹੁੰਦਾ, ਘਾਟੀ ਅਤੇ ਪਹਾੜ ਦੀ ਉਚਾਈ ਦੇ ਉੱਤੇ ਫਰਕ ਹੁੰਦਾ, ਫੁੱਲਾਂ ਦੇ ਵਿੱਚ ਫਰਕ ਹੁੰਦਾ, ਰੰਗਾਂ ਦੇ ਵਿੱਚ ਫਰਕ ਹੁੰਦਾ, ਆਕਾਰਾਂ ਦੇ ਵਿੱਚ ਫਰਕ ਹੁੰਦਾ, ਹਰ ਚੀਜ਼ ਦੇ ਵਿੱਚ ਫਰਕ ਆ। ਜਦ ਹਰ ਚੀਜ਼ ਦੇ ਵਿੱਚ ਹੀ ਫਰਕ ਆ, ਅਸੀਂ ਫਰਕ ਕਰੀਏ ਕਿਉਂ ਨਾ? ਫਰਕ ਹੋਊਗਾ ਹੀ ਹੋਊਗਾ। ਗੱਲ ਇਹ ਆ ਕਿ ਜਦ ਚੀਜ਼ਾਂ ਸਾਡੇ ਵਿੱਚ ਆਲੇ ਦੁਆਲੇ ਫਰਕਾਂ ਵਾਲੀਆਂ ਨੇ ਤਾਂ ਫਰਕ ਹੋਊਗਾ ਹੀ ਹੋਊਗਾ, ਪਰ ਅਸੀਂ ਇਸ ਫਰਕ ਨੂੰ ਸਮਝ ਬਣਾਉਣਾ ਵਾ, ਇਸ ਫਰਕ ਨੂੰ ਵਿਤਕਰਾ ਨਹੀਂ ਬਣਾਉਣਾ। ਗੱਲ ਇੱਥੇ ਆ ਕੇ ਅੜ ਜਾਂਦੀ ਹੈ। ਜਿਵੇਂ ਹੁੰਦਾ ਨਹੀਂ ਗਾ, ਗਰਾਰੀ ਅੜ ਗਈ, ਗਰਾਰੀ ਨੂੰ ਕੱਢਣਾ। ਅਸੀਂ ਇੰਨਾ ਤਾਂ ਸਾਰੇ ਹੁੱਬ ਕੇ ਕਹਿੰਦੇ ਆ, ਧਾਰਮਿਕ ਥਾਵਾਂ 'ਤੇ ਮਤਭੇਦ ਨਾ ਕਰੋ, ਭੇਦਭਾਵ ਨਾ ਰੱਖੋ, ਵਿਤਕਰੇ ਨਾ ਕਰੋ। ਧਰਮਾਂ ਵਾਲੇ ਹੀ ਕਹਿੰਦੇ ਨੇ, ਸਭ ਤੋਂ ਜ਼ਿਆਦਾ ਧਰਮਾਂ ਵਾਲੇ ਹੀ ਦੂਸਰੇ ਧਰਮ ਦੇ ਨਾਲ ਸਭ ਤੋਂ ਜ਼ਿਆਦਾ ਫਰਕ ਕਰਦੇ ਆ। ਫਰਕ ਹੈ ਤਾਂ ਫਰਕ ਕਰਦੇ ਨੇ। ਮੈਨੂੰ ਤਾਂ ਇਸ ਗੱਲ ਦਾ ਪਤਾ, ਜੇ ਇੱਕ ਗਲਾਸ ਕੱਚ ਦਾ ਵਾ, ਇੱਕ ਗਲਾਸ ਪਿੱਤਲ ਦਾ ਵਾ, ਜੇ ਦੋਹਾਂ 'ਚ ਫਰਕ ਹੈ ਤਾਂ ਫਰਕ ਕਰੂੰਗੀ। ਇਹ ਮੇਰੀ ਚੋਇਸ ਆ ਕਿ ਮੈਂ ਫਰਕ ਜੋ ਗਲਾਸ ਆ, ਮੈਂ ਕੱਚ ਦੇ ਗਲਾਸ 'ਚ ਪਾਣੀ ਪੀਣਾ ਕਿ ਮੈਂ ਪਿੱਤਲ ਦੇ ਗਲਾਸ ਦੇ ਵਿੱਚ ਪਾਣੀ ਪੀਣਾ। ਇੱਥੇ ਹੁਣ ਮੈਂ ਚੋਇਸ ਕਰ ਲਈ ਪੈਦਾ ਕਿ ਮੈਂ ਕੱਚ ਦੇ ਗਲਾਸ ਦੇ ਵਿੱਚ ਪਾਣੀ ਪੀਣਾ ਕਿ ਮੈਂ ਪਿੱਤਲ ਦੇ ਗਲਾਸ ਦੇ ਵਿੱਚ ਪਾਣੀ ਪੀਣਾ। ਹੁਣ ਮੇਰੀ ਇਹ ਚੋਇਸ ਹੋ ਗਈ। ਹੁਣ ਮੈਂ ਇਸ ਚੋਇਸ ਨੂੰ ਗਾਹਾਂ ਇੱਕ ਹੋਰ ਅੱਗੇ ਸਟੈਪ ਦੇ ਵਿੱਚ ਲੈ ਕੇ ਚੱਲਦੀ ਹਾਂ ਤੁਹਾਡੇ ਨਾਲ। ਹੁਣ ਮੈਂ ਦੇਖਣਾ ਵਾ, ਮੇਰੇ ਕੋਲ ਪਿੱਤਲ ਦਾ ਗਲਾਸ ਵੀ ਆ, ਮੇਰੇ ਕੋਲ ਕੱਚ ਦਾ ਗਲਾਸ ਵੀ ਆ। ਜਿਹੜਾ ਪਾਣੀ ਆ ਉਹ ਜ਼ਿਆਦਾ, ਜੇ ਮੈਂ ਠੰਡਾ ਪੀਣਾ ਵਾ ਜਾਂ ਮੈਂ ਨਿੱਘਾ ਪੀਣਾ ਵਾ, ਉਹਨਾਂ ਦੇ ਲਈ ਮੈਨੂੰ ਦੋਹਾਂ ਗਲਾਸਾਂ ਦੇ ਵਿੱਚੋਂ ਕਿਹੜਾ ਗਲਾਸ ਜ਼ਿਆਦਾ ਫਾਇਦੇਮੰਦ ਰਹੂਗਾ। ਇਸ ਤੋਂ ਗਾਹਾਂ ਵੀ ਇੱਕ ਹੋਰ ਗੱਲ ਆ। ਹੁਣ ਜੇ ਮੈਂ ਦੇਖੂੰਗੀ
ਪਾਣੀ ਦੀ ਗੱਲ ਛੱਡ ਦਿਓ, ਪਾਣੀ ਮੇਰੀ ਪਿਆਸ ਦਾ ਕਾਰਨ ਆ ਕਿ ਮੈਂ ਪੀਣਾ ਵਾ। ਮੈਂ ਦੇਖਣਾ ਵਾ ਮੇਰੇ ਅੱਗੇ 2 ਗਲਾਸ ਪਏ ਨੇ, ਇੱਕ ਕੱਚ ਦਾ ਵਾ, ਇੱਕ ਪਿੱਤਲ ਦਾ ਵਾ। ਇਹਨਾਂ ਦੀ ਕਿਹੜੀ ਗੁਣਵੱਤਾ ਵਾ ਜਿਹੜੀ ਮੈਨੂੰ ਜ਼ਿਆਦਾ ਫਾਇਦਾ ਦਊ? ਇਸ ਚੀਜ਼ ਨੂੰ ਕਹਿੰਦੇ ਨੇ ਵਿਜ਼ਡਮ, ਜਿਹਨੂੰ ਕਹਿੰਦੇ ਨੇ ਇਹ ਇਨਸਾਨ ਬਹੁਤ ਸਿਆਣਾ ਵਾ, ਜਿਸ ਨੂੰ ਕਹਿੰਦੇ ਨੇ ਸਿਆਣਪ। ਇੱਕ ਹੁੰਦੀ ਆ ਜਾਣਕਾਰੀ, ਇੱਕ ਹੁੰਦੀ ਆ ਨੌਲੇਜ, ਗਿਆਨ, ਇੱਕ ਹੁੰਦਾ ਸਿਆਣਪ। ਜਾਣਕਾਰੀ ਸਾਨੂੰ ਮਿਲਦੀ ਆ ਪੜ੍ਹ ਕੇ, ਚੀਜ਼ਾਂ ਨੂੰ ਪੜ੍ਹੋ, ਕਿਤਾਬਾਂ ਨੂੰ ਪੜ੍ਹੋ, ਲੋਕਾਂ ਨੂੰ ਪੜ੍ਹੋ, ਤੁਹਾਨੂੰ ਜਾਣਕਾਰੀ ਹਾਸਲ ਹੋ ਜੂਗੀ। ਗਿਆਨ ਸਾਨੂੰ ਮਿਲੂਗਾ ਅਨੁਭਵ ਦੇ ਨਾਲ। ਜਦੋਂ ਅਨੁਭਵ ਨੂੰ ਅਸੀਂ ਆਪਣੀ ਸਮਝ ਬਣਾ ਲਿਆ, ਜਦੋਂ ਅਸੀਂ ਅਨੁਭਵ ਦੇ ਵਿੱਚ ਦੀ ਗੁਜ਼ਰਾਂਗੇ, ਜਦੋਂ ਉਹ ਅਨੁਭਵਾਂ ਦੇ ਸਾਡੇ ਗਹਿਰੇ ਤਜਰਬੇ ਹੋਣਗੇ, ਉੱਥੇ ਉਹਨਾਂ ਤਜਰਬਿਆਂ ਦੇ ਵਿੱਚ ਇੱਕ ਸਮਝ ਪੈਦਾ ਹੋਊਗੀ। ਉਹ ਜਿਹੜੀ ਸਮਝ ਆ ਉਸ ਨੂੰ ਕਹਿੰਦੇ ਨੇ ਸਿਆਣਪ, ਉਸ ਨੂੰ ਕਹਿੰਦੇ ਆ ਵਿਜ਼ਡਮ। ਜਿਸ ਤਰ੍ਹਾਂ ਕਿ ਦੁੱਧ ਰਿੜਕਾਂਗੇ, ਦਹੀਂ ਜਮਾਵਾਂਗੇ ਤਾਂ ਦਹੀਂ ਨੂੰ ਰਿੜਕਾਂਗੇ, ਫਿਰ ਦਹੀਂ ਨੂੰ ਰਿੜਕ ਕੇ ਮੱਖਣ ਨਿਕਲੂਗਾ। ਮੱਖਣ ਜੋ ਹੈ ਗਿਆਨ। ਹੁਣ ਗਿਆਨ ਨੂੰ ਜਦੋਂ, ਮੱਖਣ ਨੂੰ ਜਦੋਂ ਘਿਓ ਬਣਾਉਣਾ ਵਾ, ਉਸ ਨੂੰ ਤਪਦੇ ਸੇਕ ਦੇ ਥੱਲੇ ਉੱਤੇ ਰੱਖਾਂਗੇ, ਮਾੜੀਆਂ ਚੀਜ਼ਾਂ ਫਿਰ ਮਿਟਣਗੀਆਂ, ਵਿੱਚੋਂ ਮਾੜੇ ਤੱਤ ਮੱਖਣ ਦੇ ਫਿਰ ਨਿਕਲਣਗੇ, ਖਤਮ ਹੋਣਗੇ। ਜੋ ਸਹੀ ਸ਼ੁੱਧ ਰਹਿ ਜੂਗਾ ਉਹ ਬਣ ਜੂਗਾ ਘਿਓ। ਸਾਨੂੰ ਗਿਆਨ ਤਾਂ ਹੋ ਗਿਆ, ਜੇ ਗਿਆਨ ਸਾਡਾ ਪ੍ਰੈਕਟੀਕਲ ਬਣ ਕੇ ਸਾਡੇ 'ਚ ਸਮਝ ਨਾ ਬਣਿਆ, ਅਸੀਂ ਸਿਆਣੇ ਕਦੇ ਨਹੀਂ ਬਣ ਸਕਾਂਗੇ। ਫਰਕ ਹੈ, ਜਦ ਰੰਗ ਦੇ ਵਿੱਚ ਫਰਕ ਆ, ਕਾਲਾ ਦਾ ਰੰਗ ਕਾਲਾ ਵਾ, ਗੋਰਾ ਚਿੱਟਾ ਰੰਗ ਚਿੱਟਾ ਵਾ। ਜੇ ਹੁਣ ਇਹੀ ਰੰਗ ਸਾਡੀ ਸਕਿਨ ਦੇ ਉੱਤੇ ਆ, ਇੱਕ ਦਾ ਰੰਗ ਸਕਿਨ ਦਾ ਕਾਲਾ ਵਾ, ਇੱਕ ਦੀ ਸਕਿਨ ਦਾ ਰੰਗ ਚਿੱਟਾ ਵਾ, ਫਰਕ ਹੈਗਾ ਹੀ ਆ। ਪਰ ਇਸ ਫਰਕ ਨੂੰ ਅਸੀਂ ਵਿਤਕਰਾ ਨਹੀਂ ਬਣਾਉਣਾ, ਨੀਚਾ ਨਹੀਂ ਦਿਖਾਉਣਾ, ਚੋਟ ਨਹੀਂ ਮਾਰਨੀ। ਜੇ ਅਸੀਂ ਕਹਿ ਦਈਏ ਚਿੱਟਾ ਰੰਗ ਵਧੀਆ ਵਾ, ਕਾਲਾ ਰੰਗ ਕਿਉਂ ਨਹੀਂ ਵਧੀਆ? ਕਾਲੇ ਦੇ ਵਿੱਚ ਆਰਾਮ, ਅਸੀਂ ਰਾਤ ਨੂੰ ਤਾਂ ਸੌਣਾ ਹੀ ਹੁੰਦਾ ਵਾ, ਰਾਤ ਤੋਂ ਬਿਨਾਂ ਨਹੀਂ ਨੀਂਦ ਆਉਂਦੀ, ਜਿੰਨੇ ਮਰਜ਼ੀ ਅਸੀਂ ਦਿਨੇ ਨੂੰ ਸੁੱਤੇ ਪਏ ਰਹੀਏ। ਦਿਨ ਦੀ ਆਪਣੀ ਮਹਿਮਾ ਵਾ, ਰਾਤ ਦੀ ਆਪਣੀ ਮਹਿਮਾ ਵਾ। ਅਸੀਂ ਹਰ ਵਕਤ, ਸਭ ਤੋਂ ਵੱਡੀ ਗੱਲ ਆ, ਬਹੁਤ ਸੋਹਣੀ ਗੱਲ ਆ, ਅਸੀਂ ਹਰ ਵਕਤ ਅੱਖ ਖੋਲ੍ਹ ਕੇ ਨਹੀਂ ਰੱਖ ਸਕਦੇ ਰੋਸ਼ਨੀ ਦੇ ਵਿੱਚ, ਪਰ ਅਸੀਂ ਸਦਾ ਲਈ ਅੱਖ ਬੰਦ ਕਰਕੇ ਜੀ ਸਕਦੇ ਹਾਂ। ਹਨੇਰਾ ਆਪਣੇ ਆਪ ਦੇ ਵਿੱਚ ਮਹਿਮਾਨ ਆ, ਰੋਸ਼ਨੀ ਆਪਣੇ ਆਪ ਦੇ ਵਿੱਚ ਮਹਿਮਾਨ ਆ। ਅਸੀਂ ਕਹਿ ਦਈਏ ਕਿ ਰੋਸ਼ਨੀ ਜ਼ਿਆਦਾ ਵਧੀਆ ਵਾ, ਅੰਧੇਰਾ ਜ਼ਿਆਦਾ ਵਧੀਆ, ਨਹੀਂ। ਸਾਨੂੰ ਦੋਨਾਂ ਚੀਜ਼ਾਂ ਦੀ ਜ਼ਰੂਰਤ ਆ, ਤਾਂ ਹੀ ਦੋਨੇ ਚੀਜ਼ਾਂ। ਅਸੀਂ ਦੋਨਾਂ ਚੀਜ਼ਾਂ ਤੋਂ ਫਾਇਦਾ ਕਿਵੇਂ ਲੈਣਾ, ਸਾਡੇ 'ਚ ਉਹ ਜਿਹੜੀ ਕੁਆਲਿਟੀ ਆ ਉਹ ਪੈਦਾ ਹੋਣੀ ਚਾਹੀਦੀ ਆ। ਜੋ ਸੰਸਾਰ ਪਰਮਾਤਮਾ ਨੇ ਰਚਿਆ ਹੋਇਆ, ਜੋ ਇਹ ਫਰਕ, ਰੂਪ, ਰੰਗ, ਆਕਾਰ, ਡਿਫਰੈਂਸ ਸਾਨੂੰ ਨਜ਼ਰ ਆਉਂਦੇ ਆ, ਇਹਨਾਂ ਦੇ ਨਾਲ ਅਸੀਂ ਮਤਭੇਦ ਖੜੇ ਨਹੀਂ ਕਰਨੇ, ਵਿਤਕਰੇ ਖੜੇ ਨਹੀਂ ਕਰਨੇ। ਇਹਨਾਂ ਤੋਂ ਅਸੀਂ ਸਿੱਖਿਆ ਲੈ ਕੇ ਇਹਨਾਂ ਆਕਾਰ ਨੂੰ ਦੇਖਣਾ ਕਿ ਕਿਉਂ ਡਿਫਰੈਂਟ ਆਕਾਰ ਆ। ਜੇ ਇੱਕ ਚੀਜ਼ ਦਾ ਡਿਫਰੈਂਟ ਆਕਾਰ ਆ, ਉਸ ਦੇ ਵਿੱਚ ਜ਼ਰੂਰ ਕੋਈ ਇੱਕ ਰਾਜ ਛੁਪਿਆ ਹੋਇਆ ਵਾ। ਜੇ ਕਿਸੇ ਚੀਜ਼ ਦਾ ਰੰਗ ਲਾਲ ਆ, ਲਾਲ ਰੰਗ ਦੀ ਆਪਦੀ ਮਹਿਮਾ ਵਾ, ਉਸ ਚੀਜ਼ ਦਾ ਲਾਲ ਰੰਗ ਕਿਉਂ, ਪੱਤਿਆਂ ਦਾ ਰੰਗ ਹਰਾ ਕਿਉਂ? ਤੁਹਾਨੂੰ ਪਤਾ ਕਿ ਜਦੋਂ ਕੁਦਰਤ ਆ ਕੇ ਇਨਸਾਨ ਨੂੰ ਸਿੱਖਿਆ ਦਿੰਦੀ ਆ, ਕੁਦਰਤ ਟੀਚਰ ਬਣ ਜਾਂਦੀ ਆ ਅਤੇ ਇਨਸਾਨ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੀ ਆ। ਕੁਦਰਤ, ਜਿੰਨਾ ਚਿਰ ਅਸੀਂ ਕੁਦਰਤ ਦੇ ਨਾਲ ਨਹੀਂ ਨਾ ਮਿਲਦੇ, ਸਾਡੇ 'ਚ ਕਦੇ ਵੀ ਇਹ ਮਤਭੇਦ ਦੇ ਜਿਹੜੇ ਵਿਤਕਰੇ ਨੇ ਖਤਮ ਨਹੀਂ ਹੋਣੇ। ਅਸੀਂ
ਕਿੱਥੇ ਜਾ ਕੇ ਖਤਮ ਕਰਦੇ ਆ ਜਿਹੜੇ ਖੁਦ ਹੀ ਫਰਕ ਕਰਦੇ ਆ। ਮੰਦਰ ਮਸਜਿਦਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਫਰਕ ਨਹੀਂ ਹੋਏ ਮਿਟਣੇ, ਇਹ ਨੇਚਰ ਦੇ ਵਿੱਚ ਜਾ ਕੇ ਫਰਕ ਮਿਟਣਗੇ। ਕਿਉਂਕਿ ਨੇਚਰ ਆ ਜਿਹੜੀ, ਸੂਰਜ ਨੇ ਸਭ ਨੂੰ ਸੂਰਜ ਰੋਸ਼ਨੀ ਦੇਣੀ ਆ। ਟਰੀ ਨੇ ਨਹੀਂ ਕਹਿਣਾ ਹੈਗਾ, ਰੁੱਖ ਨੇ ਨਹੀਂ ਕਹਿਣਾ ਤੇਰੀ ਜਾਤ ਕੀ ਆ, ਰੁੱਖ ਨੇ ਨਹੀਂ ਕਹਿਣਾ ਕਿ ਤੂੰ ਦੱਸ ਤੂੰ ਕਾਲੇ ਰੰਗ ਦਾ ਤੂੰ ਨਹੀਂ ਮੈਥੋਂ ਫਰੂਟ ਖਾ ਸਕਦਾ। ਨਹੀਂ, ਜਿਹੋ ਜਿਹਾ ਟੀਚਰ ਹੋਊਗਾ ਉਹੋ ਜਿਹਾ ਸਟੂਡੈਂਟ ਹੋਊਗਾ, ਕਿਉਂਕਿ ਉਹੀ ਸਟੂਡੈਂਟ ਨੇ ਕੱਲ੍ਹ ਨੂੰ ਉਹੋ ਜਿਹਾ ਹੀ ਟੀਚਰ ਬਣਨਾ। ਸਾਨੂੰ ਟੀਚਰ ਦੇਖ ਕੇ ਸੋਚ ਸਮਝ ਕੇ ਬਣਾਉਣਾ ਪਊਗਾ। ਇਹ ਜੋ ਕਾਇਨਾਤ ਪਰਮਾਤਮਾ ਨੇ ਰਚੀ ਹੋਈ ਆ, ਇਹ ਜੋ ਕੁਦਰਤ ਨੂੰ ਪਰਮਾਤਮਾ ਨੇ ਸਾਜਿਆ ਹੋਇਆ ਇਤਨੇ ਰੰਗ ਰੂਪ ਆਕਾਰ ਦੇ ਵਿੱਚ, ਉਹਨੇ ਫਰਕ ਪੈਦਾ ਕਰਕੇ ਹਰ ਇੱਕ ਚੀਜ਼ ਨੂੰ ਇੱਥੇ ਭੇਜਿਆ। ਉਸ ਫਰਕ ਨੂੰ ਅਸੀਂ ਕਿਵੇਂ ਆਪਣਾ ਫਰਕ ਨੂੰ ਦੇਖ ਕੇ ਉਸ ਫਰਕ ਦੇ ਵਿੱਚ ਜੋ ਸਮਝ ਆ ਉਸ ਸਮਝ ਨੂੰ ਅਸੀਂ ਕਿਵੇਂ ਉਹ ਤੋਂ ਕੱਢਣਾ ਵਾ, ਇਹ ਕੀਮੀਆ ਸਾਨੂੰ ਆਉਣਾ ਪਊਗਾ। ਇਹ ਸਾਨੂੰ ਧੂਣੀਆਂ ਲਾ ਕੇ ਜਪ ਤਪ ਪੂਜਾ ਪਾਠ ਕਰਕੇ ਨਹੀਂ ਆਉਣੀ ਹੈਗੀ, ਇਹ ਸਾਨੂੰ ਪ੍ਰੈਕਟੀਕਲ ਦੇ ਵਿੱਚ ਵੀ ਹੋ ਕੇ ਮਿਲੂਗੀ। ਕਿਸੇ ਦੀ ਸੋਹਣੀ ਗੱਲ ਨੂੰ ਦੇਖਿਆ ਅਸੀਂ ਉਸ ਦੇ ਜਰੀਏ ਆਸ਼ਿਕ ਹੋ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਬਾਬਾ ਨਾਨਕ, ਕਬੀਰ, ਫਰੀਦ, ਜੀਸਸ, ਮੁਹੰਮਦ, ਕ੍ਰਿਸ਼ਨ, ਬੁੱਧਾ, ਅਸੀਂ ਇਹਨਾਂ ਨੂੰ ਸਭ ਨੂੰ ਮੰਨਦੇ ਹਾਂ। ਅਸੀਂ ਕਿਸੇ ਦੀ ਨੂੰ ਨਹੀਂ ਮੰਨਦੇ। ਅੱਜ ਵੀ ਅਸੀਂ ਆਪਣੀ ਈਗੋ ਨੂੰ ਹੀ ਮੰਨਦੇ ਹਾਂ, ਆਪਣੇ ਆਪ ਨੂੰ ਮੰਨਦੇ ਹਾਂ। ਜੋ ਮੈਂ ਕਹਿੰਦੀ ਹਾਂ ਈਗੋ ਨੂੰ ਮੰਨਦੇ ਹਾਂ, ਆਪਣੇ ਆਪ ਨੂੰ ਮੰਨਦੇ ਹਾਂ। ਜਿੰਨੀ ਮੈਂ ਤੁਹਾਨੂੰ ਕਹਿੰਦੀ ਹਾਂ ਇਹ ਬੁਰੀ ਗੱਲ ਆ ਓਨੀ ਹੀ ਚੰਗੀ ਗੱਲ ਆ। ਹਰ ਇੱਕ ਚੀਜ਼ ਦੇ ਵਿੱਚ ਪੂਰੀ ਬਰਾਬਰ ਦੀ ਕੁਆਲਿਟੀ ਹੁੰਦੀ ਆ। ਜੋ ਵੀ ਪਰਮਾਤਮਾ ਨੇ ਸਾਜਿਆ ਪੂਰਾ ਸਹੀ ਸਾਜਿਆ। ਜੇ ਸਾਡੇ ਵਿੱਚ 100% ਈਗੋ ਆ, ਸਾਡੇ ਵਿੱਚ 100% ਹੀ ਦਇਆ ਭਾਵਨਾ ਵਾ। ਜੇ 100% ਅਸੀਂ ਕਿਸੇ ਦੀ ਮੰਨਦੇ ਨਹੀਂ ਗੇ ਤਾਂ 100% ਹੀ ਅਸੀਂ ਪੂਰੇ ਮੰਨਣ ਵਾਲੇ ਹਾਂ। ਹਰ ਚੀਜ਼ ਨੂੰ ਪਰਮਾਤਮਾ ਨੇ ਪੂਰੇ ਬੇਅੰਤ ਅਨੰਤ ਰੂਪ ਰੰਗ ਆਕਾਰ ਦੇ ਵਿੱਚ ਦੀ ਸਾਜਿਆ ਵਾ। ਜਦੋਂ ਆ ਕੇ ਕੁਦਰਤ ਅੱਜ ਗੱਲਾਂ ਸਮਝਾਉਂਦੀ ਆ, ਅੱਜ ਕੁਦਰਤ ਗੱਲਾਂ ਕਰਦੀ ਆ ਆਲੇ ਦੁਆਲੇ ਬੇਮੱਲਾ, ਮੈਂ ਕਿਹੜੇ ਗੁਰਦੁਆਰੇ ਮੰਦਰ ਮਸਜਿਦ ਦੇ ਵਿੱਚ ਜਾਵਾਂ ਉਹਨਾਂ ਨੇ ਤਾਂ ਇੱਕੋ ਹੀ ਗੱਲ ਕਰਨੀ ਆ। ਕੁਦਰਤ ਨੇ ਹਰ ਪਲ ਦੇ ਵਿੱਚ ਨਵੀਂ ਨਵੀਂ ਗੱਲ, ਨਵੇਂ ਨਵੇਂ ਤਰੀਕੇ, ਨਵੇਂ ਨਵੇਂ ਵੇਦ ਗ੍ਰੰਥ ਮੂਹਰੇ ਪ੍ਰਗਟ ਕਰਦੇ ਨੇ। ਕੁਦਰਤ ਤੋਂ ਵੱਡਾ ਕੋਈ ਧਾਰਮਿਕ ਥਾਂ ਨਹੀਂ ਗਾ। ਜੋ ਕੁਦਰਤ ਨੇ ਵਿਤਕਰੇ ਭਾਵਾਂ ਨੂੰ ਮਿਟਾਉਣਾ ਵਾ, ਉਹ ਸਾਡੀਆਂ ਧਾਰਮਿਕ ਥਾਵਾਂ ਨੇ ਵਿਤਕਰੇ ਭਾਵਾਂ ਨੂੰ ਨਹੀਂ ਮਿਟਾਉਣਾ। ਉੱਥੇ 'ਚ ਸਾਡੇ 'ਚ ਵਿਤਕਰੇ ਜਾ ਕੇ ਖੜੇ ਹੋ ਜਾਣਗੇ। ਮੈਂ ਤਾਂ ਸੱਚ ਕਹਿੰਦੀ ਹਾਂ। ਮੈਨੂੰ ਅੱਜ ਕੋਈ ਪੁੱਛੇ ਗੁਰਦੁਆਰੇ ਨੂੰ ਦੇਖ ਕੇ ਤੈਨੂੰ ਕੀ ਚੇਤੇ ਆਉਂਦਾ, ਮੈਂ ਤਾਂ ਸੱਚ ਕਹਿੰਦੀ ਹਾਂ ਭਾਈ, ਮੈਨੂੰ ਤਾਂ ਗੁਰਦੁਆਰੇ ਨੂੰ ਦੇਖ ਕੇ ਮੈਨੂੰ ਤਾਂ ਸਿੱਖ ਚੇਤੇ ਆਉਂਦੇ ਆ। ਰੱਬ ਕੋਈ ਨਹੀਂ ਚੇਤੇ ਆਉਂਦਾ, ਵੱਧ ਤੋਂ ਵੱਧ ਬਾਬਾ ਨਾਨਕ ਚੇਤੇ ਆ ਜੂਗਾ। ਜੇ ਮੈਂ ਕਹਾਂ ਮੰਦਿਰਾਂ ਨੂੰ ਦੇਖ ਕੇ ਮੈਨੂੰ ਪਰਮਾਤਮਾ ਦੀ ਯਾਦ ਆਉਂਦੀ ਆ, ਨਾ, ਮੰਦਿਰਾਂ ਨੂੰ ਦੇਖ ਕੇ ਮੈਨੂੰ ਸ਼ਿਵ ਜੀ, ਕ੍ਰਿਸ਼ਨ ਜਾਂ ਹਿੰਦੂ ਲੋਕਾਂ ਦੀ ਯਾਦ ਆਉਂਦੀ ਆ। ਮਸਜਿਦ ਨੂੰ ਦੇਖ ਕੇ ਮੈਨੂੰ ਤਾਂ ਮੁਸਲਮਾਨ ਯਾਦ ਆਉਂਦੇ ਆ। ਮੈਨੂੰ ਕੋਈ ਰੱਬ ਨਹੀਂ ਯਾਦ ਆਉਂਦਾ, ਮੈਨੂੰ ਕੋਈ ਅੱਲਾ ਨਹੀਂ ਯਾਦ ਆਉਂਦਾ। ਜਦੋਂ ਮੈਂ ਦੇਖਦੀ ਹਾਂ ਕੁਦਰਤ ਵੱਲੀ, ਉਹ ਹੋਵੇ ਅੱਲਾ, ਉਸ ਨੂੰ ਮੈਂ ਕਹਾਂ ਰਹੀਮ, ਉਸ ਨੂੰ ਕਹਾਂ ਮੈਂ ਰਾਮ, ਉਸ ਨੂੰ ਕਹਾਂ ਮੈਂ ਕ੍ਰਿਸ਼ਨ, ਉਸ ਨੂੰ ਕਹਾਂ ਮੈਂ ਬਾਬਾ ਨਾਨਕ, ਉਸ ਨੂੰ ਜਿਹੜੇ ਨਾਮ ਲੈ ਕੇ ਮਰਜ਼ੀ ਸੰਬੋਧਨ ਕਰ ਦੇਵਾਂ। ਕੁਦਰਤ ਨੂੰ ਦੇਖ ਕੇ ਕਾਇਨਾਤ ਹੀ ਪਰਮਾਤਮਾ ਹੋ ਗਈ। ਤੇ ਫਰਕ ਕਿੱਥੇ ਰਿਹਾ, ਭੇਦਭਾਵ ਕਿੱਥੇ ਰਿਹਾ, ਵਿਤਕਰੇ ਕਿੱਥੇ ਰਹੇ। ਜੋ ਸਾਨੂੰ ਵਿਤਕਰੇ ਦਿਖਾਈ ਦਿੰਦੇ ਆ, ਜੋ ਭੇਦਭਾਵ ਸਾਨੂੰ ਦਿਖਾਈ ਦਿੰਦੇ ਆ, ਇਹਨਾਂ ਦੀ ਜਿਹੜੀ ਵਿਰੋਧਤਾ ਵਾ ਸਾਡੇ 'ਚ ਆਉਂਦੀ ਕਿੱਥੇ। ਸਾਡੇ 'ਚ ਇਹ ਇਸ ਚੀਜ਼ ਦੇ ਲਈ ਇਤਰਾਜ਼ ਪੈਦਾ ਹੋਇਆ ਕਿੱਥੋਂ? ਕਿਉਂਕਿ ਸਾਡੇ ਨਾਲ ਕਿਸੇ ਨੇ ਵਿਤਕਰਾ ਕੀਤਾ। ਸਾਨੂੰ ਉਸ ਚੀਜ਼ ਦੇ ਪ੍ਰਤੀ ਹਜੇ ਤੱਕ ਇਤਰਾਜ਼ ਆ, ਉਸ ਚੀਜ਼ ਦੇ ਵਿਰੋਧ ਦੇ ਵਿੱਚ ਆ, ਕਿਉਂਕਿ ਸਾਨੂੰ ਚੋਟ ਲੱਗੀ ਹੋਈ ਆ।
सच दसां, ਜਦੋਂ ਸਾਨੂੰ ਕਿਸੇ ਵੀ ਚੀਜ਼ 'ਤੇ ਚੋਟ ਲੱਗਦੀ ਆ, ਉਹ ਚੀਜ਼ ਚੋਟ ਸਾਡੇ ਅੰਦਰ ਹੁੰਦੀ ਆ ਤਾਂ ਲੱਗਦੀ ਆ। ਜੇ ਸਾਡੇ ਅੰਦਰ ਹੀ ਨਹੀਂ ਹੋਊਗੀ, ਚੋਟ ਲੱਗੂਗੀ ਕਿਵੇਂ? ਇੱਕ ਹੁਣ ਜਿਸ ਤਰ੍ਹਾਂ ਮੈਨੂੰ ਕੋਈ ਆ ਕੇ ਕਹਿ ਦੇਵੇ ਤੂੰ ਤਾਂ ਕਾਣੀ ਆ, ਮੈਨੂੰ ਹਾਸਾ ਆਊਗਾ ਕਿ ਮੈਨੂੰ ਰੋਣਾ ਆਊਗਾ? ਪਰ ਕੋਈ ਕਾਣਾ ਹੋਵੇ, ਉਸ ਨੂੰ ਆਪਾਂ ਜਾ ਕੇ ਕਹਿ ਦਈਏ ਕਿ ਤੂੰ ਕਾਣਾ ਵਾ, ਉਹਨੂੰ ਗੁੱਸਾ ਆਊਗਾ ਨਾ। ਕਾਣੇ ਨੂੰ ਕਾਣਾ ਕਹਿ ਕੇ ਗੁੱਸਾ ਆਉਂਦਾ। ਸਜਾਖੇ ਨੂੰ ਜਿਹਦੀਆਂ ਦੋਨਾਂ ਅੱਖਾਂ ਨੇ, ਆਪਾਂ ਉਸ ਨੂੰ ਕਾਣਾ ਕਹਾਂਗੇ, ਉਹ ਹੱਸੂਗਾ। ਉਹ ਕਿਉਂ ਹੱਸਦਾ? ਕਹਿਣ ਵਾਲੇ ਦੇ ਉੱਤੇ ਹੱਸਦਾ। ਪਰ ਜਿਹੜਾ ਕਾਣਾ ਵਾ, ਜਦੋਂ ਅਸੀਂ ਉਸ ਨੂੰ ਕਾਣਾ ਕਹਿੰਦੇ ਹਾਂ, ਉਹਨੂੰ ਗੁੱਸਾ ਕਿਉਂ ਹੁੰਦਾ ਵਾ? ਕਿਉਂਕਿ ਉਹਨੂੰ ਪਤਾ ਹੁੰਦਾ ਵਾ ਮੇਰੇ ਵਿੱਚ ਇਹ ਦੋਸ਼ ਹੈ, ਮੇਰੇ ਵਿੱਚ ਇਹ ਕਮੀ ਹੈ, ਮੇਰੇ ਵਿੱਚ ਇਹ ਕਮਜ਼ੋਰੀ ਹੈ, ਇਹ ਮੇਰੀ ਕਮਜ਼ੋਰੀ ਨੂੰ ਮੇਰੇ ਅੱਗੇ ਕਰਦਾ ਵਾ। ਜਿਹੜੀ ਕਮਜ਼ੋਰੀ ਨੇ ਮੈਨੂੰ ਦੁਖੀ ਕੀਤਾ ਹੋਇਆ ਵਾ, ਜਿਹੜੀ ਕਮਜ਼ੋਰੀ ਨੇ ਮੈਨੂੰ ਆਮ ਇਨਸਾਨਾਂ ਤੋਂ ਹੀਣਾ ਕੀਤਾ ਹੋਇਆ, ਇਹ ਉਸ ਕਮਜ਼ੋਰੀ ਨੂੰ ਮੇਰੇ ਅੱਗੇ ਰਿਪੀਟ ਕਰਦਾ ਵਾ, ਮੈਨੂੰ ਚੋਟ ਦਿੰਦਾ ਵਾ, ਅਤੇ ਉਸ ਨੂੰ ਕ੍ਰੋਧ ਆਊਗਾ ਹੀ ਆਊਗਾ। ਜ਼ਖਮ ਦੇ ਉੱਤੇ ਅਸੀਂ ਲੂਣ ਲਾਵਾਂਗੇ, ਦਰਦ ਹੋਊਗਾ ਹੀ ਹੋਊਗਾ। ਪਰ ਜੇ ਜ਼ਖਮ ਨਹੀਂ ਹੋਊਗਾ, ਜ਼ਖਮ ਹੈ ਨਹੀਂਗਾ ਮੇਰੇ ਉੱਤੇ, ਮੇਰੇ ਕੋਈ ਲੂਣ ਪਾਊਗਾ ਤੇ ਮੇਰੇ ਕੀ ਦਰਦ ਹੋਊਗਾ? ਜੇ ਮੈਨੂੰ ਚੋਟ ਵੱਜੀ ਹੋਊਗੀ ਤਾਂ ਮੇਰੇ 'ਚ ਇਤਰਾਜ਼ ਹੋਊਗਾ, ਤਾਂ ਮੇਰੇ 'ਚ ਵਿਰੋਧਤਾ ਉੱਠੂਗੀ। ਜੇ ਮੈਨੂੰ ਚੋਟ ਨਹੀਂ ਲੱਗੀ ਹੋਊਗੀ, ਮੈਂ ਦੂਸਰੇ ਦੀ ਚੋਟ ਨੂੰ ਜਾਣ ਹੀ ਨਹੀਂ ਸਕਦੀ। ਜੇ ਮੈਂ ਉਸ ਬੀਹੀ ਦੇ ਵਿੱਚ ਦੀ ਲੰਘੀ ਹੋਊਗੀ ਤਾਂ ਮੈਨੂੰ ਉਸ ਬੀਹੀ ਦਾ ਪਤਾ ਹੋਊਗਾ ਕਿ ਉਸ ਬੀਹੀ ਦੇ ਵਿੱਚ ਕਿੰਨੇ ਕਰਨੇ, ਕਿੰਨੇ ਆ, ਕਿਵੇਂ ਆ ਸਾਰਾ ਕੁਝ। ਜੇ ਮੈਂ ਨਹੀਂ ਲੰਘੀ ਹੋਊਗੀ, ਨਾ ਮੈਨੂੰ ਉਸ ਬੀਹੀ ਦੇ ਚੰਗੀਆਂ ਚੀਜ਼ਾਂ ਦਾ ਪਤਾ ਲੱਗੂਗਾ, ਨਾ ਮੈਨੂੰ ਮਾੜੀਆਂ ਚੀਜ਼ਾਂ ਦਾ ਪਤਾ ਲੱਗੂਗਾ। ਬੀਜ ਆ ਨਾ ਜਿਹੜਾ, ਇਹ ਛੋਟਾ ਜਿਹਾ ਹੁੰਦਾ ਵਾ। ਜਦੋਂ ਅਸੀਂ ਇਸ ਨੂੰ ਬੀਜ ਦਿੰਦੇ ਹਾਂ ਨਾ, ਇਸ ਦਾ ਰੂਪ ਰੰਗ ਆਕਾਰ ਦੇਖ ਲਓ ਕਿੱਡਾ ਵੱਡਾ ਹੋ ਜਾਂਦਾ। ਸਾਨੂੰ ਫਰੂਟ ਵੀ ਖਾਣ ਨੂੰ ਮਿਲਦਾ, ਛਾਂ ਵੀ ਬੈਠਣ ਨੂੰ ਮਿਲਦੀ ਆ, ਸਾਨੂੰ ਖੁਸ਼ਬੂਆਂ ਵੀ ਆਉਂਦੀਆਂ ਨੇ ਫੁੱਲਾਂ ਦੀਆਂ, ਬੜਾ ਕੁਝ ਰੁੱਖ ਦਿੰਦਾ ਵਾ। ਇਸ ਤਰ੍ਹਾਂ ਹੀ ਜਿਹੜੇ ਸਾਡੇ ਗੁਣ ਅਤੇ ਅਵਗੁਣ ਨੇ, ਇਹ ਸਾਡੇ ਬੀਜ ਨੇ। ਅਸੀਂ ਜਿਹੜੇ ਬੀਜਾਂਗੇ ਉਹਨਾਂ ਦੇ ਆਕਾਰ ਵੱਡੇ ਹੋ ਜਾਣਗੇ। ਅਸੀਂ ਇਹਨਾਂ ਨੂੰ, ਅਵਗੁਣਾਂ ਨੂੰ ਰੋਕਣਾ ਕਿਵੇਂ ਆ ਕਿ ਵੱਡੇ ਨਾ ਹੋਣ। ਚੀਜ਼ ਦੇ ਵਿੱਚ ਫਰਕ ਆ ਤਾਂ ਫਰਕ ਕਰਨਾ ਹੀ ਕਰਨਾ ਵਾ। ਫਰਕ ਨੂੰ ਅਸੀਂ ਨੈਗੇਟਿਵ ਰੂਪ ਦੇ ਵਿੱਚ ਨਹੀਂ ਕਰਨਾ, ਫਰਕ ਨੂੰ ਅਸੀਂ ਪੋਜ਼ੀਟਿਵ ਰੂਪ ਦੇ ਵਿੱਚ ਕਰਨਾ। ਮੈਨੂੰ ਕੋਈ ਕਹਿੰਦਾ ਕਿ ਤੂੰ ਮੈਨੂੰ ਚੰਗੀ ਨਹੀਂ ਲੱਗਦੀ, ਮੈਂ ਉਹਨੂੰ ਜਦੀ ਗੁੱਸੇ 'ਚ ਬੋਲਾਂ, ਕਿਉਂ ਮੈਂ ਤੈਨੂੰ ਕਿਉਂ ਨਹੀਂ ਚੰਗੀ ਲੱਗਦੀ? ਮੈਂ ਉਹਦਾ ਜਦੀ ਰਿਐਕਸ਼ਨ ਦੇਵਾਂ, ਇਹ ਵਧੀਆ ਵਾ? ਜਾਂ ਮੈਂ ਉਹ ਸੋਚਾਂ ਵੀ ਇਸ ਨੂੰ ਮੈਂ ਚੰਗੀ ਨਹੀਂ ਲੱਗਦੀ, ਜ਼ਰੂਰ ਮੇਰੇ 'ਚ ਕੋਈ ਕਮਜ਼ੋਰੀ ਹੋਊਗੀ, ਜ਼ਰੂਰ ਮੇਰੇ 'ਚ ਕੋਈ ਅਜਿਹੀ ਚੀਜ਼ ਆ ਜਿਹੜੀ ਇਸ ਨੂੰ ਨਾ ਚੰਗੇ ਲੱਗਣ ਦਾ ਕਾਰਨ ਬਣੀ। ਹੋ ਸਕਦਾ ਮੇਰੀ ਆਦਤ ਨਾ ਚੰਗੀ ਲੱਗੀ ਹੋਵੇ, ਹੋ ਸਕਦਾ ਮੇਰਾ ਹੱਸਣਾ ਨਾ ਇਸ ਨੂੰ ਪਸੰਦ ਆਇਆ ਹੋਵੇ, ਹੋ ਸਕਦਾ ਇਸ ਨੂੰ ਮੇਰੀ ਸ਼ਕਲ ਸੂਰਤ ਦੇ ਨਾਲ ਕੋਈ ਭੇਦਭਾਵ ਹੋਵੇ, ਹੋ ਸਕਦਾ ਇਸ ਨੂੰ ਮੇਰਾ ਰੰਗ ਨਾ ਪਸੰਦ ਹੋਵੇ, ਹੋ ਸਕਦਾ ਇਸ ਨੂੰ ਮੇਰਾ ਕੋਈ ਬੋਲ ਨਾ ਪਸੰਦ ਆਇਆ ਹੋਵੇ, ਹੋ ਸਕਦਾ ਇਸ ਨੂੰ ਮੇਰੀ ਬਾਡੀ ਲੈਂਗੁਏਜ ਨਾ ਚੰਗੀ ਲੱਗੀ ਹੋਵੇ। ਕੋਈ ਚੀਜ਼ ਤਾਂ ਅਜਿਹੀ ਹੈਗੀ ਆ ਜਿਹੜੀ ਕਿ ਉਸ ਨੂੰ ਪਸੰਦ ਨਹੀਂ ਆਈ, ਜਿਸ ਕਰਕੇ ਉਸਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਪਸੰਦ ਨਹੀਂ। ਉਹ ਕਿਹੜੀ ਚੀਜ਼ ਆ ਜਿਹੜੀ ਕਿ ਉਸ ਨੂੰ ਪਸੰਦ ਨਹੀਂ ਆਈ? ਜੇ ਉਸ ਨੂੰ ਉਹ ਚੀਜ਼ ਪਸੰਦ ਨਹੀਂ ਆਈ, ਹੁਣ ਕੁਐਸਚਨ ਇੱਥੇ ਇਹ ਹੋਣਾ ਚਾਹੀਦਾ ਕਿ ਉਸਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਪਸੰਦ ਨਹੀਂ, ਅਜਿਹੀ ਉਸਨੇ ਮੇਰੇ 'ਚ ਕਿਹੜੀ ਚੀਜ਼ ਦੇਖੀ ਜਿਹੜੀ ਕਿ ਉਸ ਨੂੰ ਪਸੰਦ ਨਹੀਂ ਆਈ? ਜਿਹੜੀ ਉਸ ਨੂੰ ਮੇਰੇ ਵਿੱਚ ਚੀਜ਼ ਦਿਖਾਈ ਦਿੱਤੀ ਜਿਹੜੀ ਉਸ ਨੂੰ ਪਸੰਦ ਨਹੀਂ ਆਈ, ਇਹਦਾ ਮਤਲਬ ਆ ਉਸ ਚੀਜ਼ ਦਾ ਉਸ ਦੇ ਵਿੱਚ ਪਹਿਲਾਂ ਕੋਈ ਐਕਸਪੀਰੀਅੰਸ ਆ, ਉਸ ਐਕਸਪੀਰੀਅੰਸ ਦੇ ਨਾਲ ਮੈਂ ਮਿਲਦੀ ਹਾਂ, ਜਾਂ ਮੇਰਾ ਕੋਈ ਲਫ਼ਜ਼ ਉਹੋ ਜਿਹਾ ਮਿਲ ਗਿਆ, ਜਾਂ ਮੇਰੀ ਆਦਤ ਉਹੋ ਜਿਹੀ ਆ, ਜਾਂ ਕਿਸੇ ਨੇ ਉਸ ਨੂੰ ਅਜਿਹੀ ਚੋਟ ਦਿੱਤੀ ਆ ਕਿ ਉਹਦਾ ਹਾਸਾ ਮੇਰੇ ਹਾਸੇ ਵਰਗਾ ਵਾ, ਜਾਂ ਉਸ ਨੂੰ ਕਿਸੇ ਨੇ ਕਦੇ ਚੋਟ ਦਿੱਤੀ ਹੋਊਗੀ ਉਸ ਦੇ ਨਾਲ ਮੇਰੀ ਸ਼ਕਲ ਸੂਰਤ ਮਿਲਦੀ ਹੋਊਗੀ, ਜਾਂ ਕੋਈ ਚੀਜ਼ ਅਜਿਹੀ ਆ ਜਿਹੜੀ ਕਿ ਉਸ ਨੂੰ ਰਿਮਾਇੰਡ ਕਰਾਉਂਦੀ ਆ
ਕਿ ਮੈਂ ਉਹ ਇਨਸਾਨ ਦੀ ਛਾਇਆ ਉਸਨੂੰ ਮੇਰੇ ਵਿੱਚ ਦਿਖੀ, ਮੇਰੇ ਲਫ਼ਜ਼ਾਂ 'ਚ ਦਿਖੀ, ਮੇਰੇ ਰੰਗ ਰੂਪ 'ਚ ਦਿਖੀ, ਮੇਰੇ ਆਕਾਰ 'ਚ ਦਿਖੀ, ਜਿਸ ਕਰਕੇ ਉਸਨੇ ਮੈਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਪਸੰਦ ਨਹੀਂ। ਮੈਂ ਇਸ ਚੀਜ਼ ਨੂੰ ਸਮਝਣਾ ਵਾ ਜਾਂ ਇਸ ਚੀਜ਼ ਨੂੰ ਜਦੀ ਉਸ ਦੇ ਨਾਲ ਲੜਾਈ ਕਰਨੀ ਆ। ਜੇ ਮੈਂ ਜਦੀ ਲੜਾਈ ਕਰਤੀ, ਮੈਂ ਤਾਂ ਉਹੀ ਕੰਮ ਕਰ ਦਿੱਤਾ ਨਾ ਜਿਹੜਾ ਪਹਿਲਾਂ ਉਸ ਦੇ ਨਾਲ ਹੋਇਆ ਵਾ। ਫਿਰ ਕੀ ਫਰਕ ਹੋਇਆ? ਜਦੋਂ ਸਾਨੂੰ ਕੋਈ ਵੀ ਇਸ ਤਰ੍ਹਾਂ ਕਹੇ, ਸਾਨੂੰ ਇੱਕ ਤਰ੍ਹਾਂ ਦੀ ਚੋਟ ਵੱਜ ਗਈ ਬਹੁਤ ਗਹਿਰੀ, धिक्कार ਦਿੱਤਾ ਸਾਨੂੰ, ਅਸੀਂ ਕਿਸੇ ਦੀ ਨਾ ਪਸੰਦ ਹੋ ਜਾਈਏ ਨਾ, ਚੋਟ ਬਹੁਤ ਲੱਗਦੀ ਆ। ਪਰ ਆਪਾਂ ਨਾ ਪਸੰਦ ਹੋਈਏ ਜਦ, ਫਿਰ ਸਾਨੂੰ ਕੀ ਕਰਨਾ ਚਾਹੀਦਾ ਵਾ? ਜਿਸ ਨੇ ਨਾ ਪਸੰਦ ਕੀਤਾ ਹੋਵੇ ਨਾ, ਉਸ ਨੂੰ ਪੁੱਛੋ ਜਾ ਕੇ। ਜੇ ਆਪਣੇ ਆਪ ਨੂੰ ਸਮਝਣਾ ਹੋਵੇ, ਉਸ ਨੂੰ ਜ਼ਰੂਰ ਪੁੱਛ ਲੈਣਾ ਚਾਹੀਦਾ ਵਾ ਕਿ ਕਿਹੜੀ ਮੇਰੇ 'ਚ ਅਜਿਹੀ ਗੱਲ ਦੇਖੀ ਕਿ ਤੂੰ ਮੈਨੂੰ ਪਸੰਦ ਨਹੀਂ ਕੀਤਾ। ਤੁਸੀਂ ਹੈਰਾਨ ਹੋਵੋਗੇ, ਇੱਥੇ ਐਡੀ ਵੱਡੀ ਘਟਨਾ ਵਾਪਰੂਗੀ, ਤੁਹਾਨੂੰ ਹੈਰਾਨੀ ਲੱਗੂਗੀ ਜਦੋਂ ਹੁਣ ਤੁਸੀਂ ਇਹੀ ਘਟਨਾ ਨੂੰ ਆਪਦੇ ਉੱਤੇ ਲੈ ਕੇ ਆਓ ਕਿ ਤੁਸੀਂ ਕਿਸੇ ਨੂੰ ਕਹਿੰਦੇ ਹੋ ਮੈਂ ਤੈਨੂੰ ਪਸੰਦ ਨਹੀਂ ਕਰਦਾ। ਉਹ ਇਨਸਾਨ ਆ ਕੇ ਹੁਣ ਤੁਹਾਨੂੰ ਪੁੱਛਦਾ ਵਾ ਕਿ ਤੂੰ ਮੈਨੂੰ ਪਸੰਦ ਕਿਉਂ ਨਹੀਂ ਕਰਦਾ। ਜਦੋਂ ਤੁਸੀਂ ਕਿਸੇ ਇਨਸਾਨ ਨੂੰ ਪੁੱਛਿਆ ਕਿ ਤੂੰ ਮੈਨੂੰ ਪਸੰਦ ਕਿਉਂ ਨਹੀਂ ਕਰਦਾ, ਤੂੰ ਮੈਨੂੰ ਮੇਰੇ 'ਚ ਕਿਹੜੀ ਕਮੀ ਦੇਖੀ, ਮੇਰੇ 'ਚ ਕਿਹੜੀ ਗਲਤੀ ਦੇਖੀ, ਮੇਰੀ ਕਿਹੜੀ ਇਹੋ ਜਿਹੀ ਆਦਤ ਆ ਕਿ ਤੂੰ ਮੈਨੂੰ ਪਸੰਦ ਨਹੀਂ ਕੀਤਾ। ਇੱਥੋਂ ਡਿਫਰੈਂਸ ਸ਼ੁਰੂ ਹੁੰਦੀ ਆ, ਇੱਥੋਂ ਫਰਕ ਸ਼ੁਰੂ ਹੁੰਦੇ ਆ। ਅਸੀਂ ਜਦੀ ਅੱਗ ਬਬੂਲਾ ਹੋ ਕੇ ਅਸੀਂ ਜਦੀ ਲੜਾਈਆਂ ਝਗੜੇ ਕਰਨ ਲੱਗ ਜਾਂਦੇ ਹਾਂ। ਜੇ ਅਸੀਂ ਆਰਾਮ ਨਾਲ ਉਹਨੂੰ ਪੁੱਛੀਏ ਪਹਿਲਾਂ ਜਾ ਕੇ ਕਿਉਂ ਨਹੀਂ ਪਸੰਦ ਕੀਤਾ, ਸਾਡੇ ਪੁੱਛਣ ਦੇ ਨਾਲ ਹੀ 80% ਉਸ ਬੰਦੇ ਨੇ ਤੁਹਾਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਤੁਸੀਂ ਇੱਕ ਹਿੰਮਤ ਦਿਖਾਈ, ਇੱਕ ਰਿਸਕ ਲਿਆ ਆਪਣੇ ਆਪ ਦੇ ਉੱਤੇ। ਤੁਸੀਂ ਉਸ ਇਨਸਾਨ ਦੇ ਕੋਲ ਜਾ ਕੇ ਖੜ੍ਹੇ ਹੋ ਗਏ ਜਿਸ ਨੇ ਤੁਹਾਨੂੰ धिक्कारिया, ਜਿਸ ਨੇ ਤੁਹਾਨੂੰ ਨਾ ਪਸੰਦ ਕੀਤਾ, ਜਿਸ ਨੇ ਤੁਹਾਨੂੰ ਚੋਟ ਪਹੁੰਚਾਈ। ਤੁਸੀਂ ਉਸ ਨੂੰ ਹੀ ਜਾ ਕੇ ਪੁੱਛਦੇ ਤੂੰ ਮੈਨੂੰ ਨਾ ਪਸੰਦ ਕਿਉਂ ਕੀਤਾ। ਤੁਹਾਨੂੰ ਪਤਾ ਕਿ ਇਹ ਕਿੰਨੀ ਨਿਮਰਤਾ ਭਰੀ ਅਤੇ ਕਿੰਨੀ ਹਲੀਮੀ ਵਾਲੀ ਬਾਤ ਆ। ਮੈਂ ਅੱਜ ਤੱਕ ਜ਼ਿੰਦਗੀ 'ਚ ਦੇਖਿਆ, ਹਰ ਇਨਸਾਨ ਪਿਆਰ ਕਰਨੇ ਮੰਗਦਾ, ਹਰ ਇਨਸਾਨ ਪਿਆਰ ਲੈਣੇ ਮੰਗਦਾ, ਹਰ ਇਨਸਾਨ ਸੇਵਾ ਕਰਨੀ ਮੰਗਦਾ, ਹਰ ਇਨਸਾਨ ਦੇ ਨਾਲ ਸਾਰੀ ਕਾਇਨਾਤ ਨੂੰ ਜੱਫੀ ਪਾਉਣੀ ਮੰਗਦਾ। ਜਦ ਸਾਡੇ ਹੋਂਦ ਦੀ ਗੁਣਵੱਤਾ ਇੱਕੋ ਜਿਹੀ ਆ, ਸਾਡੀ ਸਭ ਦੀ ਕੁਆਲਿਟੀ ਇੱਕੋ ਜਿਹੀ ਆ, ਅਸੀਂ ਸਾਰਿਆਂ ਦੀ ਸਾਡੀ ਚੁਆਇਸ ਇੱਕੋ ਜਿਹੀ ਆ, ਵੀ ਇਹ ਫਿਰ ਮਤਭੇਦ ਕਿੱਥੋਂ ਪੈਦਾ ਹੋ ਗਏ? ਇਹ ਫਰਕਾਂ ਦੀ ਗੱਲ ਹੀ ਜ਼ਿੰਦਗੀ 'ਚ ਕਿਉਂ ਆਈ? ਸਾਨੂੰ ਇਹ ਸੋਚਣ ਲਈ ਸਮਾਂ ਨਹੀਂ ਚਾਹੀਦਾ, ਸਾਨੂੰ ਇਹ ਸੋਚਣ ਦੇ ਲਈ ਹੁਣੇ ਹੀ ਕਦਮ ਚਾਹੀਦਾ। ਇੱਕ ਸਾਡੇ ਵਿੱਚ ਹੋਰ ਬਹੁਤ ਬੁਰੀ ਗੱਲ, ਜਦੋਂ ਕੋਈ ਵੀ ਇਨਸਾਨ ਗਲਤੀ ਕਰਦਾ, ਅਸੀਂ ਉਸ ਦੀ ਗਲਤੀ ਨੂੰ ਨਜ਼ਰਅੰਦਾਜ਼ ਨਹੀਂ ਕਰਦੇ। ਤੁਹਾਨੂੰ ਪਤਾ ਕਿ ਜਿਹੜਾ ਗਲਤੀ ਆ, ਜਦ ਅਸੀਂ ਗਲਤ ਕਰਦੇ ਹਾਂ ਕੁਝ, ਸਮਝ ਪੈਦਾ ਹੋਣ ਦੇ ਲਈ ਗਲਤੀ ਦਾ ਹੋਣਾ ਜ਼ਰੂਰੀ ਆ। ਜਿਵੇਂ ਬਾਬੇ ਨਾਨਕ ਨੇ ਕਿਹਾ, ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜੇ ਚੰਗੇ ਕਰਮ ਨੇ ਇਹ ਸਾਡੀ ਜ਼ਿੰਦਗੀ ਨੂੰ ਸੁਖੀ ਅਤੇ ਖੁਸ਼ ਅਤੇ ਤੰਦਰੁਸਤ ਕਰ ਦਿੰਦੇ ਆ। ਪਰ ਜਿਹੜੇ ਸਾਡੇ ਗਲਤ ਕਰਮ ਹੁੰਦੇ ਨੇ ਨਾ, ਜਿਵੇਂ ਸਾਡੇ 'ਚ ਸਾਤੋਂ ਕੋਈ ਗਲਤੀ ਹੋ ਜਾਂਦੀ ਆ, ਅਸੀਂ ਕਿਸੇ ਨੂੰ ਗਲਤ ਬੋਲ ਦਿੱਤਾ ਜਾਂ ਅਸੀਂ ਕਿਸੇ ਨਾਲ ਫਰਕ ਕਰ ਲਿਆ ਜਾਂ ਕੋਈ ਗੱਲ ਕਰ ਦਿੱਤੀ ਗਲਤ, ਇਹ ਜਿਹੜੀ ਗਲਤੀ ਹੈ ਸਦਾ ਸਾਡੀ ਸੀਖ ਬਣਦੀ ਹੈ, ਸਾਡੀ ਸਿੱਖਿਆ ਬਣਦੀ ਹੈ, ਸਾਡੀ ਅਕਲ ਬਣਦੀ ਹੈ। ਜਿਹੜੀ ਜਾਣਕਾਰੀ ਆ ਉਹ ਤਾਂ ਤੁਹਾਨੂੰ ਪਤਾ ਹੀ ਆ, ਪੜ੍ਹਨ ਦੇ ਨਾਲ ਵੀ ਮਿਲ ਜੂਗੀ। ਪਰ ਜਿਹੜੀ ਸਮਝਦਾਰੀ ਆ ਇਹ ਸਦਾ ਹੀ ਗਲਤੀ ਦੀ ਜ਼ਮੀਨ ਦੇ ਵਿੱਚ ਪੈਦਾ ਹੁੰਦੀ ਆ। ਬੀਜ ਨੂੰ ਬੋਵਾਂਗੇ ਤਾਂ ਹੀ ਉਹ ਰੁੱਖ ਬਣੂਗਾ, ਤਾਂ ਹੀ ਉਹ ਰੰਗ ਰੂਪ ਆਕਾਰ ਲੈ ਕੇ ਖੜਾ ਕਰੂਗਾ। ਅਸੀਂ ਆਪਣੇ ਰਿਸਕ ਲਵਾਂਗੇ, ਕੋਈ ਰਿਸਕ ਲਵਾਂਗੇ, ਉਸ ਰਿਸਕ ਦੇ ਵਿੱਚ ਸਾਤੋਂ ਕੋਈ ਗਲਤੀ ਹੋ ਜੂਗੀ,
ਉਹ ਗਲਤੀ ਆ ਜਿਹੜੀ, ਉਸ ਗਲਤੀ ਦੇ ਵਿੱਚ ਸ਼ਰਮਿੰਦਗੀ ਵੀ ਹੋਊਗੀ, ਸ਼ਰਮ ਵੀ ਹੋਊਗੀ ਅਤੇ ਸਮਝ ਵੀ ਹੋਊਗੀ। ਜਿਹੜੀ ਸ਼ਰਮਿੰਦਗੀ ਹੋਊਗੀ ਉਹ ਸਦਾ ਹੀ ਸਾਡੇ ਸਿਰ ਨੂੰ ਝੁਕਾਉਣਾ ਸਿਖਾਉਂਦੀ ਆ, ਅਸੀਂ ਸਦਾ ਹੀ ਨਿਮਰਤਾਵਾਨ ਬਣੇ ਰਹਾਂਗੇ। ਜਿਹੜੀ ਸ਼ਰਮ ਹੋਊਗੀ ਉਹ ਸਾਡੀ ਲੱਜਾ ਬਣੀ ਰਹੂਗੀ, ਸਾਡਾ ਇੱਕ ਪਹਿਰਾਵਾ ਬਣੀ ਰਹੂਗੀ, ਸਾਡੇ ਵਿੱਚ ਇੱਕ ਪ੍ਰੇਅਰ ਬਣ ਕੇ ਕੰਮ ਕਰੂਗੀ। ਜਿਹੜੀ ਸਾਡੀ ਸਮਝ ਹੋਊਗੀ ਇਹ ਸਾਡੇ ਲਈ ਵੀ ਅਤੇ ਸੰਸਾਰ ਦੇ ਲਈ ਵੀ ਰੋਸ਼ਨੀ ਬਣੂਗੀ। ਕਹਿੰਦੇ ਨਹੀਂ ਗੇ ਕਿ ਗਲਤੀ ਕਰਨ ਵਾਲੇ ਨਾਲੋਂ ਮਾਫ਼ ਕਰ ਦੇਣ ਵਾਲਾ ਵੱਡਾ ਹੁੰਦਾ ਵਾ। ਇਹ ਗੱਲ ਕਿਉਂ ਕਹੀ? ਕਿਉਂਕਿ ਜਿਹਨੇ ਗਲਤੀ ਕੀਤੀ ਆ ਉਸ ਦੇ ਵਿੱਚ ਇੱਕ ਸਮਝ ਵੀ ਪੈਦਾ ਹੋ ਗਈ, ਇੱਕ ਸ਼ਰਮ ਵੀ ਪੈਦਾ ਹੋ ਗਈ, ਇੱਕ ਹਿਆ ਵੀ ਪੈਦਾ ਹੋ ਗਈ, ਇੱਕ ਉਹ ਸ਼ਰਮਿੰਦਾ ਵੀ ਹੋ ਗਿਆ। ਰਾਈਟ? ਜੇ ਉਸ ਨੂੰ ਅਸੀਂ ਮਾਫ਼ ਨਹੀਂ ਕਰਾਂਗੇ, ਜਿਹੜੀਆਂ ਤਿੰਨੇ ਚੀਜ਼ਾਂ ਚੰਗੀ ਤਰ੍ਹਾਂ ਵਧਣਗੀਆਂ ਫੁੱਲਣਗੀਆਂ, ਉਹਨਾਂ ਨੇ ਵਧਣਾ ਫੁੱਲਣਾ ਨਹੀਂ ਗਾ। ਇਹਦਾ ਮਤਲਬ ਕਿ ਅਸੀਂ ਜਦੋਂ ਉਹਨੂੰ ਮਾਫ਼ ਨਹੀਂ ਕੀਤਾ, ਜਿਹੜੀ ਉਹ ਤੂਈ ਨਿਕਲ ਰਹੀ ਸੀ ਉਸ ਨੂੰ ਅਸੀਂ ਜਦੇ ਹੀ ਮਿੱਟੀ ਦੇ ਵਿੱਚ ਦੱਬ ਦਿੱਤਾ। ਉਸ ਨੂੰ ਵਧਣ ਫੁੱਲਣ ਦੇਣ ਲਈ ਉਸ ਨੂੰ ਮਾਫ਼ੀ ਚਾਹੀਦੀ ਆ। ਜਦੋਂ ਉਸ ਨੂੰ ਉੱਤੇ ਮਾਫ਼ੀ ਵੀ ਮਿਲ ਗਈ, ਸੋਨੇ ਦੇ ਉੱਤੇ ਸੁਹਾਗਾ ਹੋ ਗਿਆ। ਫਿਰ ਉਹਦੀ ਸ਼ਰਮਿੰਦਗੀ ਵੀ, ਉਸ ਦੀ ਹਿਆ ਵੀ ਅਤੇ ਉਸ ਦੀ ਜਿਹੜੀ ਗਲਤੀ ਤੋਂ ਸਮਝ ਆਈ ਆ ਉਸ ਨੂੰ, ਉਹ ਵੀ, ਉਹ ਰੋਸ਼ਨੀ ਬਣ ਕੇ ਸੰਸਾਰ ਨੂੰ ਮਹਿਕਾਊਗੀ। ਮੈਂ ਤਾਂ ਬਸ ਇੱਕੋ ਹੀ ਗੱਲ ਸਿੱਖੀ ਹੈ ਮੱਲਾ, ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਸਾਨੂੰ ਕੋਈ ਦੂਸਰਾ ਦੁਤਕਾਰਦਾ ਵਾ ਜਾਂ ਦੂਸਰਾ ਚੋਟ ਪਹੁੰਚਾਉਂਦਾ ਵਾ, ਅਸੀਂ ਉਸ ਦੇ ਵਿਰੋਧ ਦੇ ਵਿੱਚ ਖੜ੍ਹੇ ਹੋ ਜਾਂਦੇ ਹਾਂ, ਭੇਦਭਾਵ ਖੜ੍ਹੇ ਕਰਦੇ ਹਾਂ। ਅਸੀਂ ਕਦੇ ਆਪਣੇ ਵੱਲ ਦੇਖਿਆ, ਕਦੇ ਸਾਨੂੰ ਸਾਡਾ ਰੰਗ ਨਹੀਂ ਪਸੰਦ, ਕਦੇ ਸਾਨੂੰ ਸਾਡੀ ਅੱਖ ਨਹੀਂ ਪਸੰਦ, ਕਦੇ ਸਾਨੂੰ ਸਾਡਾ ਨੱਕ ਨਹੀਂ ਪਸੰਦ, ਕਿਸੇ ਨੂੰ ਆਪਦਾ ਮੁਲਕ ਨਹੀਂ ਪਸੰਦ, ਕਿਸੇ ਨੂੰ ਆਪਦਾ ਘਰ-ਬਾਰ ਨਹੀਂ ਪਸੰਦ, ਮਾਂ ਨਹੀਂ ਪਸੰਦ, ਪਿਓ ਨਹੀਂ ਪਸੰਦ, ਘਰ ਵਾਲੀ ਨਹੀਂ ਪਸੰਦ, ਬੱਚੇ ਨਹੀਂ ਪਸੰਦ, ਆਹ ਨਹੀਂ ਪਸੰਦ, ਉਹ ਨਹੀਂ ਪਸੰਦ। ਅਸੀਂ ਆਪਣੀ ਹੀ ਜ਼ਿੰਦਗੀ ਦੇ ਵਿੱਚ ਆਪਣੇ ਹੀ ਵਜੂਦ ਨੂੰ ਨਾ ਪਸੰਦ ਕਰ ਦਿੰਦੇ ਹਾਂ। ਅਸੀਂ ਆਪਣੇ ਆਪ ਦੇ ਨਾਲ ਹੀ ਕਿੰਨੇ ਵਿਤਕਰੇ ਦੇ ਨਾਲ ਦੇਖਦੇ ਹਾਂ। ਅਸੀਂ ਆਪਣੇ ਆਪ ਦੇ ਵਿੱਚ ਹੀ ਕਿੰਨੇ ਭੇਦਭਾਵ ਦੇ ਨਾਲ ਭਰੇ ਹੋਏ ਹਾਂ, ਆਪਣੇ ਪ੍ਰਤੀ ਹੀ ਕਿੰਨੇ ਭੇਦਭਾਵ ਨਾਲ ਭਰੇ ਹੋਏ ਹਾਂ, ਆਪਣੇ ਮੁਲਕ ਦੇ ਲਈ, ਆਪਣੇ ਰਿਸ਼ਤਿਆਂ ਦੇ ਲਈ ਕਿੰਨੇ ਭੇਦਭਾਵ ਦੇ ਨਾਲ ਭਰੇ ਹੋਏ ਹਾਂ। ਮੇਰਾ ਤਾਂ ਭੇਦਭਾਵ ਸਾਰਾ ਦਾ ਹੀ ਸ਼ੁਰੂ ਤੋਂ ਮੇਰਾ ਤਾਂ ਮੇਰੇ ਨਾਲ ਹੀ ਰਿਹਾ ਵਾ। ਮੈਂ ਤਾਂ ਉਸ ਭੇਦਭਾਵ ਨੂੰ ਖਤਮ ਕਰਨ ਦੇ ਵਿੱਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਆ। ਸੋ ਅੱਜ ਮੈਂ ਭੇਦਭਾਵ ਤੋਂ ਮੁਕਤ ਹਾਂ। ਜਦ ਮੇਰੇ ਵਿੱਚ ਹੀ ਕੋਈ ਭੇਦਭਾਵ ਨਹੀਂ ਮੱਲਾ, ਤਾਂ ਮੇਰਾ ਸਾਰੀ ਦੁਨੀਆ ਦੇ ਵਿੱਚ ਹੀ ਕਿਸੇ ਨਾਲ ਕੋਈ ਭੇਦਭਾਵ ਨਹੀਂ ਗਾ। ਸੋ ਜਿਹੋ ਜਿਹੀ ਮੈਂ ਆਪਣੇ ਆਪ ਦੇ ਲਈ ਹਾਂ, ਉਹੋ ਜਿਹੀ ਹੀ ਸਾਰੀ ਕਾਇਨਾਤ ਮੇਰੇ ਲਈ ਮੈਂ ਹੀ ਹਾਂ। ਭੇਦਭਾਵ ਜੋ ਵੀ ਇਹ ਚੀਜ਼ਾਂ ਹੁੰਦੀਆਂ ਨੇ ਸਾਡੇ ਵਿੱਚ ਬੀਜ ਹੁੰਦੇ ਨੇ, ਜਿਹੜੇ ਕਿ ਉਹ ਫਿਰ ਵੱਡੇ ਹੁੰਦੇ ਨੇ, ਵੱਡਾ ਆਕਾਰ ਲਈ ਜਾਂਦੇ ਨੇ। ਜੇ ਅੱਜ ਦੇ ਮਾਹੌਲ ਦੇ ਵਿੱਚ ਵੀ ਜੋ ਵੀ ਇਹ ਪ੍ਰੋਟੈਸਟ ਹੋ ਰਹੇ ਆ, ਰੱਬ ਕਰੇ ਇਹ ਆਖਰੀ ਹੋਵੇ। ਮੈਨੂੰ ਤਾਂ ਇੰਨਾ ਪਤਾ, ਅਸੀਂ ਪਿਆਰ ਕਰਨਾ ਚਾਹੁੰਦੇ ਹਾਂ, ਪਿਆਰ ਦੇਣਾ ਚਾਹੁੰਦੇ ਹਾਂ, ਸਾਡੀ ਗੁਣਵੱਤਾ ਇੱਕ ਆ, ਤਾਂ ਫਰਕ ਕਿਸੇ ਦੇ ਲਈ ਆ। ਅੱਜ ਤੱਕ ਅਸੀਂ ਇਹ ਵੀ ਦੇਖਦੇ ਹਾਂ ਕਿ ਅਸੀਂ ਸਾਰੇ ਜੀਸਸ, ਕ੍ਰਿਸ਼ਨਾ, ਨਾਨਕ, ਮੂਸਾ, ਬੁੱਧਾ, ਹਜ਼ਰਤ ਮੁਹੰਮਦ ਨੂੰ ਹੀ ਆਪਦਾ ਆਈਡਲ ਮੰਨਦੇ ਹਾਂ, ਉਸ ਦੇ ਅੱਗੇ ਹੀ ਸਿਰ ਝੁਕਾਉਂਦੇ ਹਾਂ। ਅਸੀਂ ਅੱਜ ਤੱਕ ਕਿਸੇ ਰਾਜਨੇਤਾ ਦੇ ਅੱਗੇ ਜਾਂ ਪੈਸੇ ਵਾਲੇ ਨੂੰ ਤਾਂ ਅਸੀਂ ਆਪਦਾ ਆਈਡਲ ਮੰਨਦੇ ਨਹੀਂ ਗੇ, ਪਿਆਰ ਨੂੰ ਹੀ ਆਈਡਲ ਮੰਨਿਆ ਵਾ। ਚਾਹੇ ਮੈਂ ਸਭ ਦੇ ਲਈ ਕੁਝ ਕਰ ਨਹੀਂ ਸਕਦੀ, ਪਰ ਘਰ ਬੈਠ ਕੇ ਸਭ ਨੂੰ ਪਿਆਰ ਅਤੇ ਦੁਆ ਭੇਜਦੀ ਹਾਂ। ਮੈਂ ਤਾਂ ਇਹ ਕਹਿੰਦੀ ਹਾਂ ਕਿ ਮੈਂ ਤੁਹਾਡੀ ਹਾਂ ਅਤੇ ਤੁਸੀਂ ਸਭ ਮੇਰੇ ਹੋ। ਸਦਾ ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ, ਰਸਦੇ ਰਹੋ।